ਅੰਮ੍ਰਿਤ ਛਾੜ ਬਿਖਰਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮਦੀ, ਨੂਰ ਅਰਸਹੁ ਕੁਰ ਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਬੈਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਬਵਿਸਾ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮੇਰੀ ਬਹੁਰੀਆ ਕੋ ਤਨੀਆ ਨਾਓ, ਲੈ ਰਾਖਿਓ ਰਾਮ ਜਨੀਆ ਨਾਓ। ਮੇਰੀ ਬਹੁਰੀਆ ਕੋ ਤਨੀਆ ਨਾਓ, ਲੈ ਰਾਖਿਓ ਰਾਮ ਜਨੀਆ ਨਾਓ। ਇਨ ਮੁੰਡਿਆਂ ਨਾ ਮੇਰਾ ਘਰ ਧੁੰਦਰਾਵਾ, ਬੇਟਾ ਵਹ ਰਾਮ ਰਮਉਆ ਲਾਵਾ। ਰਹਾਉ ਕਹਿਤ ਕਬੀਰਾ, ਸੁਨੋ ਮੇਰੀ ਮਾਈ। ਇਨ ਮੁੰਡਿਆਂ ਨਾ ਮੇਰੀ ਜਾਤ ਗਵਾਈ। ਕਹਿਤ ਕਬੀਰਾ, ਸੁਨੋ ਮੇਰੀ ਮਾਈ। ਇਨ ਮੁੰਡਿਆਂ ਨਾ ਮੇਰੀ ਜਾਤ ਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਭੈਣੇ ਗਲ ਮਿਲ ਹੈ ਅੰਕ ਸਹੇਲੜੀਆਹ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆਹ। ਦੀਨ ਤੇ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ ਜ਼ਾਹਰਾਂ ਜਹੂਰ, ਸਰਬ ਕਲਾ ਭਰਪੂਰ, ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ।
ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਜੀਵਨ ਦਾ ਕੁਝ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਤੁਰਕੀ ਬਾਣੀ, ਅਕਾਲੀ ਬਾਣੀ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖਵਾਕ ਦੀ ਦਾਤ, ਕਬੀਰ ਜੀ ਦੇ ਪਾਵਨ ਸ਼ਬਦ ਦੀ ਦਾਤ ਅੱਜ ਦੇ ਪਾਵਨ ਮੁਖਵਾਕ ਰਾਹੀਂ ਸਾਨੂੰ ਪ੍ਰਾਪਤ ਹੋਈ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮੇਰੀ ਬਹੁਰੀਆ ਕੋ ਧਨੀਆ ਨਾਓ। ਆਸਾ ਰਾਗ ਹੈ, ਕਬੀਰ ਜੀ ਦੇ ਪਾਵਨ ਬਚਨ ਹਨ। ਮੇਰੀ ਬਹੁਰੀਆ, ਬਹੁਰੀਆ ਦੇ ਭਾਵ ਅਰਥ ਬੁੱਧੀ ਕੀਤੇ ਹਨ। ਜਿਹੜੀ ਸਾਡੀ ਮੱਤ ਹੈ, ਸਾਡੀ ਬੁੱਧੀ ਹੈ। ਕਹਿੰਦੇ ਪਹਿਲਾਂ ਮੇਰੀ ਬੁੱਧੀ ਵਿੱਚ ਧਨ ਦਾ ਪਿਆਰ ਸੀ, ਹਮੇਸ਼ਾ ਇਹ ਧਨਨ ਵਾਲੇ ਪਾਸੇ ਹੀ ਦੌੜਦੀ ਸੀ, ਧਨੀਆਂ ਨਾਓ। ਧਨ ਦੀ ਕਾਂਖਾ, ਧਨ ਦੀ ਇੱਛਾ ਹਰ ਵੇਲੇ ਸੁਰਤ ਵਿੱਚ ਇਹੀ ਚੱਲਦਾ ਰਹਿੰਦਾ ਸੀ। ਬੁੱਧੀ ਵਿੱਚ ਨਿਰਣਾ ਕਰਨ ਦੀ ਬਿਰਤੀ ਹੁੰਦੀ ਹੈ। ਮਨ ਫੁਰਨੇ ਕਰਦਾ ਤੇ ਬੁੱਧੀ ਨਿਰਣਾ ਕਰਦੀ। ਜਿਵੇਂ ਮਨ ਨੇ ਦੋ ਫੁਰਨੇ ਕੀਤੇ ਕਿ ਆ ਬਾਣੀ ਪੜ੍ਹੀਏ, ਦੂਜਾ ਮਨ ਕਹਿੰਦਾ ਰਹਿਣ ਦਈਏ। ਮਨ ਦਾ ਕੰਮ ਹੈ ਫੁਰਨੇ ਕਰਨਾ। ਹੁਣ ਉਹਦਾ ਜਿਹੜਾ ਨਿਸ਼ਚਾ ਹੈ, ਜਿਹਨੂੰ ਨਿਰਣਾ ਕਰਨਾ ਕਹਿੰਦੇ ਨੇ, ਉਹ ਬੁੱਧੀ ਕਰਦੀ ਹੈ ਕਿ ਬਾਣੀ ਪੜ੍ਹੀਏ ਜਾਂ ਨਾ ਪੜ੍ਹੀਏ। ਉਹਨੇ ਨਿਰਣਾ ਕਰ ਦੇਣਾ। ਹੁਣ ਬੁੱਧੀ ਵਿੱਚ ਨਿਰਣੇ ਦੀ ਬਿਰਤੀ ਇਸ ਕਰਕੇ ਨਿਰਣਾ ਕਰਦਿਆਂ ਇਹ ਧਨ ਵਾਲੇ ਪਾਸੇ ਭੱਜੀ ਫਿਰਦੀ ਸੀ। ਹਰ ਵੇਲੇ ਇਹਦੇ ਵਿੱਚ ਧਨ ਦਾ ਹੀ ਪਿਆਰ ਬਣਿਆ ਹੋਇਆ ਸੀ। ਇਹਨੂੰ ਧਨੀਆਂ ਨਾਓ, ਇਹਦਾ ਨਾਂ ਹੀ ਧਨੀਆਂ ਬਣਿਆ ਹੋਇਆ ਸੀ ਵੀ ਧਨ ਵਾਲੇ ਪਾਸੇ ਦੌੜੀ ਫਿਰਦੀ ਸੀ। ਧਨ ਦੀ ਹੀ ਕਾਂਖਾ ਇਸ ਬੁੱਧੀ ਦੇ ਵਿੱਚ ਬਣੀ ਹੋਈ ਸੀ। ਲੈ ਰਾਖਿਓ ਰਾਮ ਜਨੀਆ ਨਾਓ। ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਲੱਗੇ, ਸਤ ਸੰਗੀਆਂ ਦਾ ਸੰਗ ਮਿਲਿਆ, ਭਜਨ ਕਰਨ ਵਾਲੇ, ਬਾਣੀ ਪੜ੍ਹਨ ਵਾਲੇ ਗੁਰ ਸਿੱਖਾਂ ਦਾ ਸੰਗ ਮਿਲਿਆ, ਤਾਂ ਕਹਿੰਦੇ ਸਤ ਸੰਗੀਆਂ ਦੇ ਸੰਗ ਵਿੱਚੋਂ ਇਹ ਦਾਤ ਪ੍ਰਾਪਤ ਹੋਈ ਕਿ ਮੇਰੀ ਜਿਸ ਬੁੱਧੀ ਵਿੱਚ ਹਮੇਸ਼ਾ ਧਨ ਦੀ ਹੀ ਇੱਛਾ ਬਣੀ ਰਹਿੰਦੀ ਸੀ, ਮੇਰੀ ਉਸ ਬੁੱਧੀ ਨੂੰ ਇਹਨਾਂ ਮਹਾਂਪੁਰਸ਼ਾਂ ਨੇ ਰਾਮ ਦੀ ਜਨੀ ਦਾਸੀ ਬਣਾ ਦਿੱਤਾ। ਹੁਣ ਮੇਰੀ ਬੁੱਧੀ ਰਾਮ ਦੀ ਦਾਸੀ ਬਣ ਗਈ ਹੈ। ਰਾਮ ਜਨੀਆਂ, ਰਾਮ ਦੀ ਜਨੀ ਹੋ ਗਈ। ਜਨ ਦਾ ਮਤਲਬ ਹੁੰਦਾ ਦਾਸੀ। ਜੋ ਅਕਾਲ ਪੁਰਖ ਪਰਮੇਸ਼ਰ ਦੇ ਭਜਨ ਦੀ ਦਾਸੀ ਹੋ ਗਈ। ਹੁਣ ਇਸੇ ਬੁੱਧੀ ਵਿੱਚ ਪਰਮੇਸ਼ਰ ਦਾ ਚਿੰਤਨ ਚੱਲ ਪਿਆ, ਅਕਾਲ ਪੁਰਖ ਦਾ ਭਜਨ ਚੱਲ ਪਿਆ। ਇਹ ਸਤ ਸੰਗੀਆਂ ਦੀ ਸੰਗਤ ਦਾ ਪ੍ਰਤਾਪ ਹੈ। ਸਤਪੁਰਸ਼ਾਂ ਦੀ ਸੰਗਤ ਕਰਕੇ ਇਹ ਦਾਤ ਪ੍ਰਾਪਤ ਹੋਈ ਹੈ। ਇਹਨਾਂ ਮੁੰਡਿਆਂ ਨਾ ਮੇਰਾ ਘਰ ਧੁੰਦਰਾਵਾ। ਇਨ ਮੁੰਡਿਆਂ ਦਾ ਮਤਲਬ ਇਹਨਾਂ ਗੁਰਸਿੱਖਾਂ, ਮਹਾਂਪੁਰਸ਼ਾਂ, ਸਾਧੂਆਂ ਨੇ ਮੇਰੇ ਇਸ ਸਰੀਰ ਰੂਪੀ ਘਰ ਨੂੰ ਮਿੱਟੀ 'ਚ ਮਿਲਾ ਦਿੱਤਾ ਹੈ।
ਯਾਨੀ ਕਿ ਦੱਸ ਦਿੱਤਾ ਹੈ ਕਿ ਆ ਸਰੀਰ ਮਿੱਟੀ ਹੈ, ਖੇਚ ਮਿਲ ਜਾਣ ਵਾਲਾ ਹੈ। ਮੇਰੇ ਅੰਦਰ ਜਿਹੜੀ ਇਹ ਸਰੀਰ ਦੀ ਪਕੜ ਬਣੀ ਹੋਈ ਸੀ, ਸਰੀਰ ਦੀ ਇਸ ਹੰਗਤਾ ਨੂੰ ਇਹਨਾਂ ਰੱਬ ਦੇ ਪਿਆਰਿਆਂ ਨੇ ਮਿਟਾ ਦਿੱਤਾ ਹੈ, ਇਹ ਦਰਸਾ ਕੇ ਕਿ ਇਹ ਸਰੀਰ ਧੁੰਦਰਾਵਾ ਕਹੀਏ ਮਿੱਟੀ ਵਿੱਚ ਮਿਲ ਜਾਣ ਵਾਲਾ ਹੈ, ਇਹ ਖਾਕ ਵਿੱਚ ਮਿਲ ਕੇ ਖਾਕ ਰੂਪ ਹੋ ਜਾਣ ਵਾਲਾ ਹੈ। ਬਿਟਵਹਿ ਰਾਮ ਰਮਉਆ ਲਾਵਾ। ਔਰ ਮੇਰੇ ਬਿਟਵੈ ਦਾ ਮਤਲਬ ਹੈ ਇੱਥੇ ਮਨ। ਮੇਰਾ ਜਿਹੜਾ ਮਨ ਰੂਪੀ ਨਿੱਕਾ ਜਿਹਾ ਬੇਟਾ ਸੀ, ਮੇਰੇ ਉਸ ਮਨ ਨੂੰ ਇਹਨਾਂ ਮਹਾਂਪੁਰਸ਼ਾਂ ਸਾਧੂਆਂ ਨੇ ਰਾਮ ਰਾਮ ਜਪਣ ਲਾ ਦਿੱਤਾ, ਪਰਮੇਸ਼ਰ ਦਾ ਭਜਨ ਕਰਨ ਲਾ ਦਿੱਤਾ। ਇਹ ਸਤ ਸੰਗੀਆਂ ਦਾ ਪ੍ਰਤਾਪ ਹੈ। ਕਈ ਮਹਾਂਪੁਰਸ਼ ਇਹਦਾ ਅਰਥ ਏਦਾਂ ਵੀ ਕਰਦੇ ਨੇ ਕਿ ਕਬੀਰ ਜੀ ਦੀ ਮਾਤਾ ਘਰ ਦੇ ਵਿੱਚ ਵੇਖਣ ਵਾਲੀ ਤਬਦੀਲੀ ਨੂੰ ਤੱਕ ਕੇ ਦੁਖੀ ਹੈ। ਬੜੇ ਬੜੇ ਸਾਧੂਆਂ ਦੀ ਮੰਡਲੀ ਕਬੀਰ ਜੀ ਦੇ ਘਰ ਉਤਰੀ ਰਹਿੰਦੀ ਸੀ, ਤੋ ਵੇਖ ਕੇ ਮਾਤਾ ਦੇ ਮਨ ਵਿੱਚ ਗੁੱਸਾ ਤੇ ਰੋਸ ਵੀ ਆਉਂਦਾ ਵੀ ਇਹ ਵਿਹਲੜ ਸਾਧ ਰੋਜ਼ ਹੀ ਸਾਡੇ ਘਰੇ ਉਤਰੇ ਰਹਿੰਦੇ ਨੇ, ਆ ਕੇ ਮੇਰੀ ਬਹੋਰੀਆ ਨੂੰ ਰਾਮ ਜਨੀ ਕਹਿ ਕੇ ਬੁਲਾਉਂਦੇ। ਰਾਮ ਜਨੀ ਵੈਸੇ ਵੇਸ਼ਵਾ ਦਾ ਨਾਮ ਜਿਹੜਾ ਹੈ ਉਹ ਰਾਮ ਜਨੀ ਵੇਸ਼ਵਾ ਨੂੰ ਕਹਿੰਦੇ। ਮਾਈ ਗੁੱਸਾ ਕਰਦੀ ਸੀ ਵੀ ਮੇਰੀ ਨੂੰਹ ਰਾਣੀ ਨੂੰ ਇਹ ਰਾਮ ਜਨੀ ਕਹਿੰਦੇ ਐ। ਉਹ ਮਹਾਂਪੁਰਸ਼ ਰਾਮ ਜਨੀ ਤਾਂ ਕਹਿੰਦੇ ਸੀ ਵੀ ਰਾਮ ਦੇ ਪਿਆਰਿਆਂ ਦੀ ਦਾਸੀ ਹੈ ਇਹ ਸੇਵਾ ਕਰਨ ਵਾਲੀ। ਤੇ ਮੇਰੇ ਮੁੰਡੇ ਨੂੰ ਵੀ ਇਹਨਾਂ ਨੇ ਬਿਟਵਾ, ਮੇਰੇ ਬੇਟੇ ਨੂੰ ਵੀ ਇਹਨਾਂ ਰਾਮ ਰਾਮ ਜਪਣ ਲਾ ਦਿੱਤਾ। ਇਹਨਾਂ ਸਾਧਾਂ ਨੇ ਤਾਂ ਮੇਰਾ ਘਰ ਹੀ ਰੋੜ ਕੇ ਰੱਖ ਦਿੱਤਾ, ਮਿੱਟੀ 'ਚ ਮਿਲਾ ਕੇ ਖੇਚ ਮਿਲਾ ਕੇ ਰੱਖ ਦਿੱਤਾ। ਏਦਾਂ ਵੀ ਅਰਥ ਕਰਦੇ ਨਾ ਪੰਕਤੀਆਂ ਦੇ, ਪਰ ਅੰਤਰੀਵੀ ਭਾਵ ਅਰਥ ਇਹੀ ਨੇ ਜੋ ਪਹਿਲਾਂ ਵਰਣਨ ਹੋਏ ਨੇ ਕਿ ਮੇਰੀ ਬੁੱਧੀ ਰੂਪੀ ਬਹੋਰੀਆ ਜਿਹੜੀ ਹਰ ਵੇਲੇ ਧਨ 'ਚ ਲੱਗੀ ਰਹਿੰਦੀ ਸੀ, ਜਿਹਨੂੰ ਧਨੀਆਂ ਹੀ ਕਹਿੰਦੇ ਸੀ, ਮੇਰੀ ਉਸ ਬੁੱਧੀ ਨੂੰ ਇਹਨਾਂ ਰੱਬ ਦੇ ਪਿਆਰਿਆਂ ਨੇ ਰਾਮ ਜਨੀ ਬਣਾ ਦਿੱਤਾ ਹੈ। ਔਰ ਮੇਰੇ ਸਰੀਰ ਰੂਪੀ ਘਰ ਨੂੰ ਦੱਸ ਦਿੱਤਾ ਹੈ ਕਿ ਇਹ ਸਰੀਰ ਰੂਪੀ ਘਰ ਮਿੱਟੀ ਵਿੱਚ ਮਿਲ ਕੇ ਖਾਕ ਹੋ ਜਾਣ ਵਾਲਾ ਹੈ। ਔਰ ਮੇਰੇ ਮਨ ਰੂਪੀ ਬਿਟਵੇ ਨੂੰ ਇਹਨਾਂ ਰੱਬ ਦੇ ਪਿਆਰਿਆਂ ਨੇ ਰਾਮ ਰਮਊਆ ਲਾਵਾ, ਰਾਮ ਰਾਮ ਜਪਣ ਲਾ ਦਿੱਤਾ ਹੈ, ਪਰਮੇਸ਼ਰ ਦਾ ਭਜਨ ਕਰਨ ਲਾ ਦਿੱਤਾ ਹੈ। ਰਹਾਉ ਕਹਿਤ ਕਬੀਰ ਸੁਨੋ ਮੇਰੀ ਮਾਈ। ਕਬੀਰ ਜੀ ਮਹਾਰਾਜ ਜੀ ਕਹਿੰਦੇ, ਹੇ ਮੇਰੀ ਮਾਈ ਧਿਆਨ ਨਾਲ ਸੁਣੋ। ਇਹਨਾਂ ਮੁੰਡਿਆਂ ਨਾ ਮੇਰੀ ਜਾਤ ਗਵਾਈ। ਆ ਜਿਹੜੇ ਮੁੰਡੇ ਭਾਵੇ ਮਹਾਂਪੁਰਸ਼ ਸਾਧੂ ਨੇ, ਇਹਨਾਂ ਨੇ ਮੇਰੀ ਜਿਹੜੀ ਜਾਤੀ ਸੀ ਉਹ ਗਵਾ ਦਿੱਤੀ ਹੈ। ਯਾਨੀ ਕਿ ਮੈਨੂੰ ਪਹਿਲਾਂ ਸ਼ੂਦਰ ਜੁਲਾਇਆ ਕਹਿ ਕੇ ਸੰਬੋਧਨ ਕਰਦੇ ਸੀ, ਹੁਣ ਕਬੀਰ ਜੀ ਕਹਿ ਕੇ ਨਮਸਕਾਰਾਂ ਹੋ ਰਹੀਆਂ ਨੇ, ਪ੍ਰਤਾਪ ਹੋ ਰਿਹਾ ਹੈ, ਸੋਭਾ ਹੋ ਰਹੀ ਹੈ। ਤਾਂ ਇਹਨਾਂ ਸਤ ਸੰਗੀਆਂ ਦੇ ਸੰਗਤ ਦਾ ਪ੍ਰਤਾਪ ਸਦਕਾ, ਇਹਨਾਂ ਦੀ ਸੰਗਤ ਕਰਕੇ ਹੀ ਮੇਰਾ ਇਹ ਜਾਤੀ ਭਾਵ ਮੇਰੇ ਹਿਰਦੇ ਚੋਂ ਨਿਰਵਿਰਤ ਹੋਇਆ ਹੈ। ਕਬੀਰ ਜੀ ਮਹਾਰਾਜ ਜੀ ਨੇ ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਸਾਧੂ ਜਨਾਂ ਦੀ ਸੰਗਤ ਦਾ ਪ੍ਰਤਾਪ ਦਰਸਾਇਆ ਹੈ ਕਿ ਰੱਬ ਦੇ ਪਿਆਰਿਆਂ ਸਾਧੂਆਂ ਦੀ ਸੰਗਤ ਵਿੱਚ ਜਾਤੀ ਅਭਿਮਾਨ, ਤਨ ਅਭਿਮਾਨ ਨਿਰਵਿਰਤ ਹੋ ਜਾਂਦਾ ਹੈ। ਸੁਰਤ ਵਿੱਚ ਨਿਰੰਕਾਰ ਪਰਮੇਸ਼ਰ ਦਾ ਚਿੰਤਨ ਚੱਲ ਪੈਂਦਾ।